ਤੇ ਖੇਤੀ ਕਾਨੂੰਨਾਂ ਤੇ ਜਾਰੀ ਘਮਸਾਨ ਦੇ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਵਾਰ ਫਿਰ ਤੋਂ ਇਹ ਦੁਹਰਾਇਆ ਹੈ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਨੇ ਖੇਤੀ ਕਾਨੂੰਨ ਤੇ ਨਾਲ ਹੀ ਇਹ ਵੀ ਕਿਹਾ ਸਰਕਾਰ ਕਿਸਾਨਾਂ ਦੇ ਖਦਸ਼ੇ ਦੂਰ ਕਰਨ ਲਈ 24 ਘੰਟੇ ਤਿਆਰ ਹੈ। ਉਹਨਾਂ ਵਿਰੋਧੀ ਤਰ੍ਹਾਂ ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ ਵੀ ਲਗਾਏ ਨੇ। देश पूछ रहा है कि ऐसी ही आजादी अनाज और दाल पैदा करने वाले छोटे और सीमांत किसानों को क्यों नहीं मिलनी चाहिए। साथियों, हाल में हुए कृषि सुधारों की मांग बरसों से की जा रही थी। अनेक किसान संगठन भी पहले ही मांग करते थे कि अनाज को कहीं पर भी बेचने का विकल्प दिया जाए। आज जो लोग विपक्ष में बैठकर किसानों को भ्रमित कर रहे हैं, वो भी अपनी सरकार के समय इन कृषि सुधारों के समर्थन में थे, लेकिन अपनी सरकार के रहते वो निर्णय नहीं ले पाए, किसानों को झूठे दिलासे देते रहे। आज जब देश ने यह ऐतिहासिक कदम उठा लिया तो यही लोग किसानों को भ्रमित करने में जुट गए हैं। मैं अपने किसान भाई बहनों से फिर एक बार कह रहा हूं, बार बार दोहराता हूं कि उनकी हर शंका के समाधान के लिए सरकार 24 घंटे तैयार है। ਤਾਂ ਇਧਰ ਵਾਰ ਪਲਟਵਾਰ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਖੇਤੀ ਕਾਨੂੰਨਾਂ ਤੇ ਮਚੇ ਘਮਸਾਨ ਦੇ ਵਿਚਾਲੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਤਕਰਾਰ ਹੋ ਰਹੀ ਹੈ। ਹੁਣ ਬੀਜੇਪੀ ਤੇ ਅਕਾਲੀ ਦਲ ਦੇ ਵਿਚਾਲੇ ਤਿੱਖੀ ਤਕਰਾਰ ਦੇਖਣ ਨੂੰ ਮਿਲ ਰਹੀ ਹੈ। ਸੁਖਬੀਰ ਬਾਦਲ ਨੇ ਬੀਜੇਪੀ ਨੂੰ ਟੁਕੜੇ-ਟੁਕੜੇ ਗੈਂਗ ਕਰਾਰ ਦਿੱਤਾ ਹੈ। ਸੁਖਬੀਰ ਨੇ ਕਿਹਾ ਕਿ ਬੀਜੇਪੀ ਧਰਮ ਦੇ ਆਧਾਰ ਤੇ ਵੰਡਣਾ ਚਾਹੁੰਦੀ ਹੈ ਦੇਸ਼ ਨੂੰ ਤੇ ਸੁਖਬੀਰ ਦੇ ਇਲਜ਼ਾਮਾਂ ਤੇ ਬੀਜੇਪੀ ਨੇ ਵੀ ਪਲਟਵਾਰ ਕੀਤਾ ਹੈ। ਕਿਹਾ ਸਾਨੂੰ ਬਦਨਾਮ ਕਰਨ ਦੇ ਲਈ ਸੌੜੀ ਸਿਆਸਤ ਕਰਨ ਤੇ ਉਤਰ ਆਏ ਨੇ ਸੁਖਬੀਰ ਬਾਦਲ। ਤਾਂ ਭਾਈਵਾਲ ਰਹਿ ਚੁੱਕੇ ਅਕਾਲੀ ਬੀਜੇਪੀ ਦੇ ਵਿਚਾਲੇ ਗੱਠਜੋੜ ਟੁੱਟਣ ਤੋਂ ਬਾਅਦ ਹੁਣ ਤਕਰਾਰ ਸ਼ੁਰੂ ਹੋ ਗਈ ਹੈ। ਸੁਖਬੀਰ ਬਾਦਲ ਦੇ ਵੱਲੋਂ ਵੱਡਾ ਹਮਲਾ ਕੀਤਾ ਗਿਆ ਹੈ ਕਿ ਜੋ ਅਸਲੀ ਟੁਕੜੇ-ਟੁਕੜੇ ਗੈਂਗ ਹੈ ਉਹ ਬੀਜੇਪੀ ਹੈ। ਦੇਸ਼ ਨੂੰ ਤੇ ਸੂਬੇ ਨੂੰ ਧਰਮ ਤੇ ਪਾਣ ਦੀ ਕੋਸ਼ਿਸ਼ ਕਰੀ ਹੈ। ਜਿਹੜਾ ਕਹਿੰਦੇ ਆ ਟੁਕੜੇ-ਟੁਕੜੇ ਗੈਂਗ, ਜਿਹਨੂੰ ਵੀ ਜਿਹੜਾ ਉਹਨਾਂ ਦੀ ਸਰਕਾਰ ਦੇ ਹੱਕ 'ਚ ਹੁੰਦਾ ਹੈ ਉਹਨੂੰ ਤਾਂ ਕਹਿੰਦੇ ਕੀ ਆ ਦੇਸ਼ ਭਗਤ ਹੈ। ਜਿਹੜਾ ਸਰਕਾਰ ਦੇ ਹੱਕ 'ਚ ਨਹੀਂ ਹੁੰਦਾ ਉਹਨੂੰ ਕਹਿੰਦੇ ਆ ਟੁਕੜੇ-ਟੁਕੜੇ ਗੈਂਗ ਹੈ। ਸਹੀ ਮੈਨੇ ਤੇ ਅਸਲੀ ਟੁਕੜੇ-ਟੁਕੜੇ ਗੈਂਗ ਬੀਜੇਪੀ ਹੈ। ਅਸਲ ਦੇ ਵਿੱਚ ਟੁਕੜੇ-ਟੁਕੜੇ ਗੈਂਗ ਬੀਜੇਪੀ ਹੈ। ਇਹ ਸੁਖਬੀਰ ਬਾਦਲ ਦੇ ਵੱਲੋਂ ਕਿਹਾ ਗਿਆ ਹੈ। ਸੁਖਬੀਰ ਬਾਦਲ ਦੇ ਵੱਲੋਂ ਵੱਡਾ ਨਿਸ਼ਾਨਾ ਸਾਧਿਆ ਗਿਆ ਬੀਜੇਪੀ ਤੇ। ਹਾਲਾਂਕਿ ਬੀਜੇਪੀ ਨੇ ਵੀ ਪਲਟਵਾਰ ਕੀਤਾ ਹੈ। ਕਿਹਾ ਕਿ ਬਦਨਾਮ ਕਰਨ ਦੇ ਲਈ ਬੀਜੇਪੀ ਨੂੰ ਸੁਖਬੀਰ ਬਾਦਲ ਸੌੜੀ ਸਿਆਸਤ ਕਰਨ ਤੇ ਉਤਰ ਆਏ ਨੇ। ਤਾਂ ਦੱਸਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਘਮਸਾਨ ਮਚਿਆ ਹੋਇਆ ਹੈ। ਬੀਜੇਪੀ ਨੂੰ ਨਿਸ਼ਾਨੇ ਤੇ ਲਿਆ ਅਕਾਲੀ ਦਲ ਨੇ। ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਵੱਡਾ ਧਰਨਾ ਵੀ ਦਿੱਤਾ ਗਿਆ। ਤਾਂ ਦੂਜੇ ਪਾਸੇ ਬੀਜੇਪੀ ਵੀ ਪਲਟਵਾਰ ਕਰਦਿਆਂ ਕਹਿ ਰਹੀ ਹੈ ਕਿ ਸਾਨੂੰ ਬਦਨਾਮ ਕਰਨ ਦੇ ਲਈ ਸੌੜੀ ਸਿਆਸਤ ਤੇ ਅਕਾਲੀ ਦਲ ਉਤਰ ਆਇਆ ਹੈ। ਤਾਂ ਸੁਖਬੀਰ ਬਾਦਲ ਦੇ ਵੱਲੋਂ ਬੀਜੇਪੀ ਨੂੰ ਟੁਕੜੇ-ਟੁਕੜੇ ਗੈਂਗ ਦੱਸਿਆ ਗਿਆ ਹੈ। ਸੁਖਬੀਰ ਨੇ ਕਿਹਾ ਕਿ ਜੋ ਬੀਜੇਪੀ ਦੇ ਹੱਕ ਦੇ ਵਿੱਚ ਹੁੰਦਾ ਹੈ ਉਸ ਨੂੰ ਤਾਂ ਬੀਜੇਪੀ ਦੇਸ਼ ਭਗਤ ਕਰਾਰ ਦਿੰਦੀ ਹੈ ਤੇ ਜੋ ਕੋਈ ਬੀਜੇਪੀ ਦੇ ਹੱਕ ਦੇ ਵਿੱਚ ਨਹੀਂ ਹੁੰਦਾ ਜਾਂ ਬੀਜੇਪੀ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦਾ ਹੈ ਤਾਂ ਉਸ ਨੂੰ ਬੀਜੇਪੀ ਟੁਕੜੇ-ਟੁਕੜੇ ਗੈਂਗ ਕਰਾਰ ਦੇ ਦਿੰਦੀ ਹੈ। ਤਾਂ ਬੀਜੇਪੀ ਤੇ ਅਕਾਲੀ ਦਲ ਦੇ ਵਿਚਾਲੇ ਖੇਤੀ ਕਾਨੂੰਨਾਂ ਦੇ ਮਚੇ ਘਮਸਾਨ ਦੇ ਦੌਰਾਨ ਤਿੱਖੀ ਤਕਰਾਰ ਦੇਖਣ ਨੂੰ ਮਿਲ ਰਹੀ ਹੈ। ਸੁਖਬੀਰ ਨੇ ਬੀਜੇਪੀ ਨੂੰ ਟੁਕੜੇ-ਟੁਕੜੇ ਗੈਂਗ ਦੱਸਿਆ ਹੈ। ਨਾਲ ਹੀ ਕਿਹਾ ਕਿ ਦੇਸ਼ ਨੂੰ ਧਰਮ ਦੇ ਆਧਾਰ ਤੇ ਬੀਜੇਪੀ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ। ਤਾਂ ਉਧਰ ਸੁਖਬੀਰ ਬਾਦਲ ਦੇ ਇਲਜ਼ਾਮਾਂ ਤੇ ਬੀਜੇਪੀ ਨੇ ਵੀ ਪਲਟਵਾਰ ਕੀਤਾ ਹੈ ਕਿ ਸਾਨੂੰ ਬਦਨਾਮ ਕਰਨ ਦੇ ਲਈ ਸੌੜੀ ਸਿਆਸਤ ਕਰ ਰਹੇ ਨੇ ਸੁਖਬੀਰ। ਬੀਜੇਪੀ ਆਗੂ ਹਰਜੀਤ ਗਰੇਵਾਲ ਸਾਡੇ ਨਾਲ ਜੁੜ ਚੁੱਕੇ ਨੇ। ਤਾਂ ਹਰਜੀਤ ਗਰੇਵਾਲ ਜੀ, ਭਾਈਵਾਲ ਰਹਿ ਚੁੱਕੇ ਅਕਾਲੀ ਦਲ ਦੇ ਵੱਲੋਂ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ। ਕਹਿ ਰਹੇ ਨੇ ਕਿ ਅਸਲੀ ਟੁਕੜੇ-ਟੁਕੜੇ ਗੈਂਗ ਤਾਂ ਬੀਜੇਪੀ ਹੈ ਜੋ ਦੇਸ਼ ਨੂੰ ਧਰਮ ਦੇ ਆਧਾਰ ਤੇ ਵੰਡਣਾ ਚਾਹ ਰਹੀ ਹੈ। ਮੈਨੂੰ ਬਹੁਤ ਅਫਸੋਸ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਉਸ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇਦਾਰ ਨੇ, ਪ੍ਰਧਾਨ ਨੇ, ਜਿਹੜਾ बीजेपी ਦੇ ਨਾਲ ਭਾਈਵਾਲ ਰਿਹਾ ਬਹੁਤ ਲੰਬਾ ਸਮਾਂ ਔਰ ਇੱਥੋਂ ਤੱਕ ਕਿ ਭਾਰਤੀ ਜਨਤਾ ਨਾਲ ਵੀ ਰਿਹਾ ਸੀ।
ਔਰ ਜੇ ਬੀਜੇਪੀ ਟੁਕੜੇ ਟੁਕੜੇ ਗੈਂਗਾ ਤੇ ਬੀਜੇਪੀ ਨਾਲ ਭਾਈਵਾਲੀ ਕਿਉਂ ਰੱਖੀ? ਤੇ ਅੱਜ ਤੋਂ ਕੋਈ 3 ਮਹੀਨੇ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਔਰ ਬੀਬਾ ਹਰਸਿਮਰਤ ਬਾਦਲ ਕੈਬਨਿਟ ਦੇ ਅੰਦਰ ਹਰ ਫੈਸਲੇ ਤੇ ਮੋਹਰ ਲਾਉਂਦੇ ਸੀ ਤੇ ਜੇ ਅਸੀਂ ਗਲਤ ਫੈਸਲੇ ਲੈਂਦੇ ਤਾਂ ਵੀ ਉਹ ਬਰਾਬਰ ਦੇ ਦੋਸ਼ੀ ਨੇ, ਬਰਾਬਰ ਦੇ ਭਾਗੀਦਾਰ ਨੇ। ਅਗਰ ਇਹਨਾਂ ਨੇ ਪੰਜਾਬ ਦੇ ਅੰਦਰ ਲੈਂਡ ਮਾਫੀਆ, ਡਰਗ ਮਾਫੀਆ ਚਲਾਇਆ ਤੇ ਅਸੀਂ ਉਹਦੀ ਜ਼ਿੰਮੇਵਾਰੀ ਬਰਾਬਰ ਲੈਣੇ ਕਿ ਅਸੀਂ ਵੀ ਦੋਸ਼ੀ ਸੀ, ਚੁੱਪ ਕਰਕੇ ਬੈਠੇ। ਪਰ ਇਹ ਵੀ ਤਾਂ ਜ਼ਿੰਮੇਵਾਰੀ ਲੈਣ ਕਿ ਇਹ ਫਿਰ ਬਹੁਤ ਬੜੇ ਦੋਸ਼ੀ ਸੀ, ਇਹਨਾਂ ਨੇ ਇਹ ਕੰਮ ਕੀਤਾ ਤਾਂ। ਇਸ ਲਈ ਮੈਨੂੰ ਅਫਸੋਸ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬੜੀ ਜ਼ਿੰਮੇਵਾਰੀ ਨਾਲ ਬਿਆਨਬਾਜ਼ੀ ਕਰਨੀ ਚਾਹੀਦੀ ਹੈ ਔਰ ਸਾਰਾ ਦੇਖ ਕੇ ਕਰਨੀ ਚਾਹੀਦੀ ਹੈ। ਬੀਜੇਪੀ ਕਦੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਦੀ। ਬੀਜੇਪੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੀ ਹੈ। ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਭਾਈਵਾਲੀ ਰੱਖੀ ਤਾਂ ਇਸੇ ਗੱਲ ਤੇ ਰੱਖੀ ਸੀ ਕਿ ਇਸ ਲਈ ਨਹੀਂ ਕਈ ਸੀਟਾਂ ਲੜਨ ਲਈ ਰੱਖੀ ਸੀ ਜਾਂ 4 ਮਿਨਿਸਟਰੀਆਂ ਲਈ, ਕਿ ਪੰਜਾਬ ਦੇ ਅੰਦਰ ਭਾਈਚਾਰਕ ਸਾਂਝ ਕਾਇਮ ਰਹੇ। ਔਰ ਅਟਲ ਜੀ ਔਰ ਬਾਦਲ ਸਾਹਿਬ ਦੀ ਜੋੜੀ ਦੇ ਟਾਈਮ ਤੇ ਭਾਈਚਾਰਕ ਸਾਂਝ ਹੋਈ ਵੀ ਔਰ ਪੰਜਾਬ ਅਮਨ ਸ਼ਾਂਤੀ ਵੀ ਬਣੀ ਤੇ ਉਸ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਹ ਸਾਰਾ ਯਾਦ ਰੱਖ ਕੇ ਬੋਲਣਾ ਚਾਹੀਦਾ। ਮੇਰਾ ਖਿਆਲ ਹੈ ਅੱਛੀ ਗੱਲ ਨਹੀਂ ਉਹਨਾਂ ਦੇ ਲਈ ਕਿ ਇਸ ਤਰ੍ਹਾਂ ਦੀ ਗੱਲ ਟਿੱਪਣੀਆਂ ਬੀਜੇਪੀ ਦੇ ਲਈ ਕਰਨ ਔਰ ਉਸ ਪ੍ਰਧਾਨ ਮੰਤਰੀ ਦੇ ਲਈ ਕਰਨ ਜਿਹੜੇ ਪੂਰੀ ਦੁਨੀਆ ਜਿਨ੍ਹਾਂ ਨੂੰ ਸਲੂਟ ਕਰਦੀ ਹੈ ਔਰ ਦੇਸ਼ ਦੀ ਤਰੱਕੀ ਦੇ ਲਈ, ਵਿਕਾਸ ਦੇ ਲਈ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਬੀਜੇਪੀ ਹੀ ਕਹਿੰਦੀ ਹੈ। ਹਰਜੀਤ ਗਰੇਵਾਲ ਜੀ, ਅੱਜ ਅਚਾਨਕ ਵਿਚਾਰਧਾਰਾ ਕਿਉਂ ਬਦਲ ਗਈ ਹੈ? ਹਾਲਾਂਕਿ ਤੁਸੀਂ ਵੀ ਉਹੀ ਗੱਲ ਕਹੀ ਹੈ ਕਿ ਫਿਰ ਪਹਿਲਾਂ ਤੱਕ ਤਾਂ ਹਰ ਫੈਸਲੇ ਤੋਂ ਮੋਹਰ ਲੱਗਦੀ ਆਈ, ਤਾਂ ਕੀ ਕਾਰਨ ਕੀ ਲੱਗਦਾ ਹੈ ਕਿ ਅਚਾਨਕ 2 ਮਹੀਨਿਆਂ ਦੇ ਵਿੱਚ ਐਡਾ ਡਰਾਸਟਿਕ ਚੇਂਜ ਕੀ ਆ ਗਿਆ? ਉਹਦਾ ਕਾਰਨ ਇਹ ਹੈ ਕਿ ਇਹਨਾਂ ਦਾ ਆਪਣਾ ਆਧਾਰ ਪੰਜਾਬ ਦੇ ਅੰਦਰ ਘੁਸ ਗਿਆ ਸੀ। ਇਹ 2 ਜ਼ਿਲ੍ਹਿਆਂ ਦੀ ਪਾਰਟੀ ਬਣ ਕੇ ਰਹਿ ਗਈ ਸੀ। ਢੀਂਡਸਾ ਸਾਹਿਬ ਇਹਨਾਂ ਦੇ ਪਾਰਟਨਰ ਚਲੇ ਗਏ, ਹੋਰ ਵੀ ਇਹਨਾਂ ਦੇ ਬੰਦੇ ਬਹੁਤ ਜਾਣ ਵਾਲੇ ਆ। ਉਸ ਚੀਜ਼ ਨੂੰ ਬਚਾਉਣ ਦੇ ਲਈ ਇਹਨਾਂ ਨੇ ਸੋਚਿਆ ਕਿ ਸ਼ਾਇਦ ਬੀਜੇਪੀ ਨਾਲ ਸਾਨੂੰ ਨੁਕਸਾਨ ਹੋ ਰਿਹਾ, ਅਸੀਂ ਇਹ ਸਾਂਝ ਛੱਡਾਂਗੇ ਤਾਂ ਅੱਗੇ ਵਧਾਂਗੇ। ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਲੋਕ ਤੁਹਾਡੇ ਕੋਲ ਇਸ ਕਰਕੇ ਅਲੱਗ-ਅਲੱਗ ਹੋ ਰਹੇ ਆ ਕਿ ਤੁਹਾਨੂੰ ਔਰ ਤੁਹਾਡੇ ਕੰਮਾਂ ਨੂੰ ਪੰਜਾਬ ਦੇ ਲੋਕਾਂ ਨੇ ਪਸੰਦ ਨਹੀਂ ਕੀਤਾ। ਉਹ ਪਸੰਦ ਜਿਹੜੀ ਸੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਨਾਲ ਹੀ ਸੀ ਤੇ ਉਹ ਉਹਨਾਂ ਦੀ ਲੀਡਰਸ਼ਿਪ ਵਿੱਚ ਸੀਗੀ। ਇਹਨਾਂ ਦੀ ਲੀਡਰਸ਼ਿਪ ਨਹੀਂ ਹੈਗੀ ਆ। ਇਹ ਕੋਸ਼ਿਸ਼ ਕਰ ਰਹੇ ਆ ਕਿ ਸਾਡਾ ਉਧਾਰ ਵਾਪਸ ਆ ਜਾਏ। ਉਹ ਉਧਾਰ ਇਹਨਾਂ ਦਾ ਹੁਣ ਵਾਪਸ ਆਉਣਾ ਨਹੀਂ। ਬੜੇ ਹਰਜੀਤ ਗਰੇਵਾਲ ਜੀ ਸਾਡੇ ਨਾਲ ਚਰਨਜੀਤ ਬਰਾੜ ਅਕਾਲੀ ਆਗੂ ਜੁੜ ਗਏ ਨੇ। ਤਾਂ